ਸੋ ਮੈਂ ਇਹ ਕੀਤਾ ਕਿ ਆਪਣੇ ਜਿਹੜੇ ਦੇਸੀ ਬੰਦਿਆਂ ਦੇ ਕੁਝ ਫਿਊਨਰਲ ਹੋਮਸ ਨੇ ਬਰੈਂਪਟਨ 'ਚ ਜਾਂ ਉਹਦੇ ਆਸ-ਪਾਸ ਉਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ। ਓਕੇ। ਤੇ ਉਹ ਦੱਸਦੇ ਨੇ ਕਿ ਇਹ ਜਿਹੜਾ ਹਾਰਟ ਅਟੈਕ ਅਸੀਂ ਕਹੀ ਜਾਂਦੇ ਆ ਨਾ, ਇਹ ਅਕਸਰ ਜਾਂ ਜ਼ਿਆਦਾਤਰ ਹਾਰਟ ਅਟੈਕ ਹੁੰਦਾ ਹੀ ਨਹੀਂ। ਓਕੇ। ਇਹ ਹੁੰਦੀ ਹੈ ਡਰੱਗ ਓਵਰਡੋਜ਼। ਬਰਥਡੇ ਸੀ, ਕਹਿੰਦਾ ਮੇਰੇ ਬਰਥਡੇ ਤੇ ਹੀ ਕਹਿੰਦਾ ਮੈਨੂੰ ਪਹਿਲੀ ਵਾਰ ਉਹਨਾਂ ਨੇ ਸ਼ੁਰੂ ਕਰਾਈ ਸੀ ਵੀ ਚੱਲ ਜੂ ਕੰਪਨੀ ਵਾਸਤੇ, ਕਹਿੰਦੇ ਤੂੰ ਇੱਕ ਡਰਿੰਕ ਲੈ ਲਾ। ਇੱਕ ਡਰਿੰਕ ਕਹਿੰਦਾ ਉਹਨਾਂ ਨੇ ਲਵਾਤਾ, ਉਦੋਂ ਬਾਅਦ 2 ਮੈਂ ਆਪ ਲਾ ਲਏ। ਮੈਂ ਕਿਹਾ ਫੇਰ, ਕਹਿੰਦਾ ਬਸ ਕੰਪਨੀ ਕਰਨ ਬੈਠੇ ਸੀ ਤੇ ਕੰਪਨੀ ਆਪ ਦੀ ਖੋਲ ਲਈ। ਫਿਰ ਅਸੀਂ ਆਈ ਥਿੰਕ ਮੰਨਣਾ ਨਹੀਂ ਚਾਹੁੰਦੇ ਇਸ ਤਰ੍ਹਾਂ ਕਿ ਸਾਨੂੰ ਪਤਾ ਹੈ, ਪਰ ਅਸੀਂ ਇਹਨੂੰ ਲੁਕਾਉਣਾ ਚਾਹੁੰਦੇ ਹਾਂ ਕਿਉਂਕਿ ਸ਼ਰਮ ਬੜੀ ਹੈ ਇਸ ਚੀਜ਼ ਵੀ। ਜਵਾਕ ਕੈਨੇਡਾ ਗਿਆ ਤੇ ਨਸ਼ੇ ਨਾਲ ਮਰ ਗਿਆ, ਇਹ ਦੱਸਣਾ ਹੀ ਬੜਾ ਮੁਸ਼ਕਿਲ। ਅੰਦਰ ਦੀ ਗੱਲ ਤਾਂ ਸਾਨੂੰ ਪਤਾ ਨਾ, ਕਿਉਂਕਿ ਸਾਡੇ ਨਾਲ ਉੱਠਦਾ ਬਹਿੰਦਾ ਸੀਗਾ। ਓਕੇ। ਸੋ ਇਹੀ ਹੋਇਆ ਇੱਥੇ ਆ ਕੇ, ਜਦੋਂ ਉਹਨੇ ਇੱਥੇ ਆ ਕੇ ਡਰੱਗਸ ਪ੍ਰੋਕਿਓਰ ਕੀਤੇ, ਉਹਦੇ ਨਾਲ ਉਹੀ ਸੇਮ ਅਫੀਮ ਸੇਮ ਕੁਆਂਟੀਟੀ ਉਹ ਓਵਰਡੋਜ਼ ਕਰ ਗਿਆ। ਫ੍ਰੀ ਦੇ ਵਿੱਚ ਤਾਂ ਪਾਣੀ ਵੀ ਨਹੀਂ ਮਿਲਦਾ ਜੇ ਆਪਾਂ ਕਹੀਏ, ਤੇ ਤੁਹਾਨੂੰ ਕਿਸੇ ਨੇ ਡਰੱਗ ਜਿਹੜੀਆਂ ਇੰਨੀਆਂ ਮਹਿੰਗੀਆਂ ਜਿਹਦਾ ਐਡਾ ਕਾਲਾ ਕਾਰੋਬਾਰ ਆ, ਉਹ ਤੁਹਾਨੂੰ ਫ੍ਰੀ 'ਚ ਕੋਈ ਦੇ ਦੇਵੇ, ਤੁਹਾਨੂੰ ਉੱਥੇ ਪਹਿਲੀ ਗੱਲ ਅਲਰਟ ਹੋ ਜਾਣਾ ਚਾਹੀਦਾ। ਸੋ ਜਦੋਂ ਕੋਈ ਵੀ ਆਪਣੇ ਦੇਸ਼ ਤੋਂ, ਪੰਜਾਬ ਤੋਂ ਹੋਵੇ, ਚਾਹੇ ਪਾਕਿਸਤਾਨ ਤੋਂ ਹੋਵੇ, ਜਾਂ ਜਿੱਥੋਂ ਵੀ ਜਿਹੜੇ ਕੰਟਰੀਜ਼ ਤੋਂ ਆਪਾਂ ਮਾਈਗ੍ਰੇਟ ਕਰਕੇ ਕੈਨੇਡਾ ਦੇ ਵਿੱਚ ਆਉਂਦੇ ਆ, ਉਹਦਾ ਮਕਸਦ ਹੁੰਦਾ ਇੱਕ ਚੰਗੀ ਜ਼ਿੰਦਗੀ। ਪਰ ਜਦੋਂ ਇੱਥੇ ਆ ਕੇ ਜ਼ਿੰਦਗੀ ਕਈ ਵਾਰ ਸੜਕਾਂ ਦੇ ਉੱਤੇ ਜਾਂ ਕਿਸੇ ਹੋਰ ਹਾਲਾਤ ਦੇ ਚੱਲਦਿਆਂ ਮੌਤ ਵੱਲ ਨੂੰ ਚਲੀ ਜਾਂਦੀ ਹੈ, ਫਿਰ ਸੋਚਣਾ ਬਣਦਾ ਹੈ ਬਈ ਅਸੀਂ ਆਏ ਕਿਸ ਲਈ ਸੀ ਤੇ ਹੋ ਕੀ ਗਿਆ। ਇੱਕ ਤਾਂ ਮੌਤ ਹੁੰਦੀ ਹੈ, ਚਲੋ ਸੜਕ ਦੇ ਉੱਤੇ ਕਿਸੇ ਦਾ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਗੁਰਵਿੰਦਰ ਨਾਥ ਦੀ ਕਿਸੇ ਨਾਲ ਹੱਥਾਪਾਈ ਹੋਈ, ਤੇ ਉਹ ਇੱਕ ਹਾਦਸੇ ਦਾ, ਉਹ ਵੀ ਇੱਕ ਹਾਦਸਾ ਕਹਿ ਸਕਦੇ ਹਾਂ, ਦੁਰਘਟਨਾ ਕਹਿ ਸਕਦੇ ਹਾਂ। ਪਰ ਕਈ ਮੌਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਯਕੀਨ ਜਾਂ ਨਹੀਂ ਆਉਂਦਾ। ਕਿਹਾ ਜਾਂਦਾ ਦਿਲ ਦਾ ਦੌਰਾ ਪੈਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਬੈਕ ਹੋਮ ਕਦੇ ਸੁਣਿਆ ਨਹੀਂ ਸੀ, ਸ਼ਾਇਦ ਤਾਂ ਇਹ ਨਵੀਂ ਚੀਜ਼ ਲੱਗਦੀ ਹੈ ਤੇ ਇੱਥੇ ਭਰੋਸਾ ਕਰਨ ਨੂੰ ਵੀ ਦਿਲ ਨਹੀਂ ਕਰਦਾ। ਅੱਛਾ, ਕੋਈ ਇੱਕ ਅੱਧੀ ਘਟਨਾ ਹੋਵੇ ਤਾਂ ਵੀ ਹੈ। ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਅਖਬਾਰਾਂ 'ਚ, ਸੋਸ਼ਲ ਮੀਡੀਆ 'ਤੇ, ਟੀਵੀ 'ਤੇ, ਰੇਡੀਓ 'ਤੇ ਇਹ ਅਕਸਰ ਹੀ ਸੁਣਨ ਨੂੰ ਮਿਲ ਜਾਂਦਾ। ਕਦੇ ਕੋਈ ਖਬਰ ਸਰੀ ਤੋਂ ਆ ਗਈ, ਕਦੇ ਕੋਈ ਖਬਰ ਐਡਮਿੰਟਨ ਤੋਂ ਆ ਗਈ, ਕਦੇ ਕੋਈ ਖਬਰ GTA ਤੋਂ ਆ ਗਈ। ਮਤਲਬ ਕਹਿ ਲਓ ਕਿ ਕੋਈ ਦਿਨ ਇਹੋ ਜਿਹਾ ਜਾਂਦਾ ਹੋਊਗਾ ਜਦੋਂ ਇਸ ਤਰ੍ਹਾਂ ਦੀ ਖਬਰ ਸਾਨੂੰ ਨਾ ਸੁਣਨ ਨੂੰ ਮਿਲੇ। ਬਹੁਤ ਸਾਰੀਆਂ ਖਬਰਾਂ ਤਾਂ ਮੇਨ ਸਟਰੀਮ 'ਚ ਆਉਂਦੀਆਂ ਵੀ ਨਹੀਂ, ਉਹ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਦੀਆਂ। ਅਤੇ ਕਈ ਵਾਰ ਤਾਂ ਇਹ ਇੰਨਾ ਕੁ ਨੋਰਮਲਾਈਜ਼ ਹੋ ਜਾਂਦਾ ਹੈ ਕਿ ਅਸੀਂ ਇਹਨੂੰ ਆਮ ਜੀ ਗੱਲ ਸਮਝਣ ਲੱਗ ਪੈਂਦੇ ਹਾਂ। ਹੁਣ ਇਹ ਵਰਤਾਰਾ ਕਿਉਂ ਹੋ ਰਿਹਾ ਹੈ, ਕਿਵੇਂ ਹੋ ਰਿਹਾ ਹੈ, ਇਹਦੇ 'ਤੇ ਗੱਲਬਾਤ ਕਰਨੀ ਬਣਦੀ ਹੈ। ਮੇਰੇ ਨਾਲ ਸ਼ਾਮਲ ਹੋ ਰਿਹਾ ਇਸ਼ਰਤ ਸਿੰਘ ਜੀ। ਤਾਂ ਇਸ਼ਰਤ, ਤੁਸੀਂ ਇਹਦੇ 'ਤੇ ਵਰਕਆਊਟ ਵੀ ਕੀਤਾ, ਤੁਸੀਂ ਮਿਲੇ ਹੋ ਕਈ ਲੋਕਾਂ ਨੂੰ, ਇਹਦੇ ਬਾਰੇ ਤੁਸੀਂ ਗੱਲਬਾਤ ਵੀ ਕੀਤੀ ਹੈ। ਕੀ ਤੁਹਾਨੂੰ ਕੀ ਪਤਾ ਲੱਗਿਆ, ਕੀ ਸਮਝ ਲੱਗੀ ਇਸ ਚੀਜ਼ ਦੇ ਵਿੱਚੋਂ? ਦੇਖੋ, ਪਹਿਲੀ ਚੀਜ਼ ਤਾਂ ਇਹ ਹੁੰਦੀ ਕਿ ਬੜੀ ਸ਼ੌਕਿੰਗ ਹੈ। ਮਤਲਬ ਮੈਂ ਹੁਣ ਖਬਰਾਂ ਦੇਖ ਰਿਹਾ ਸੀਗਾ, ਹੁਣੇ ਹੀ ਬੈਠਾ, 17 ਸਾਲ ਤੋਂ ਲੈ ਕੇ 30 ਸਾਲ ਦੇ ਮੁੰਡਿਆਂ ਦੀ ਜਾਂ ਕੁੜੀਆਂ ਦੀ ਵੀ ਇਹ ਖਬਰਾਂ ਆ ਰਹੀਆਂ ਨੇ। ਇੱਕ ਤਾਂ ਪਹਿਲਾਂ ਧੱਕਾ ਜ਼ਰੂਰ ਲੱਗਦਾ ਕਿ ਇੰਨੇ ਜਵਾਨ ਬੱਚੇ ਨੂੰ ਹਾਰਟ ਅਟੈਕ ਕਿਵੇਂ ਆ ਗਿਆ। ਵੱਡੀ ਹੈਰਾਨੀ ਦੀ ਗੱਲ ਹੀ ਇਹ ਹੈ। ਪਰ ਫਿਰ ਜਦੋਂ ਤੁਸੀਂ ਡਾਕਟਰਾਂ ਨਾਲ ਗੱਲ ਕਰੋ ਜਾਂ ਕੁਝ ਮੈਡੀਕਲ ਐਸੇਜ਼ ਪੜ੍ਹੋ, ਤਾਂ ਉਹਦੇ 'ਚ ਇਹ ਵੀ ਦੱਸਦੇ ਨੇ ਕਿ ਹਾਂ, ਹਾਰਟ ਅਟੈਕ ਹੁਣ ਯੰਗ ਲੋਕਾਂ 'ਚ ਹੋ ਰਿਹਾ। ਸਾਡੇ ਲਾਈਫ ਸਟਾਈਲ, ਸਟ੍ਰੈਸ ਜਾਂ ਬਹੁਤ ਕਾਰਨ ਇਹੋ ਜਿਹੇ ਬਣ ਗਏ ਨੇ। ਲੇਕਿਨ ਫਿਰ ਉਸ ਤੋਂ ਅੱਗੇ ਜਾਣ ਦੀ ਲੋੜ ਹੁੰਦੀ ਹੈ। ਸੋ ਮੈਂ ਇਹ ਕੀਤਾ ਕਿ ਆਪਣੇ ਜਿਹੜੇ ਦੇਸੀ ਬੰਦਿਆਂ ਦੇ ਕੁਝ ਫਿਊਨਰਲ ਹੋਮਸ ਨੇ ਬਰੈਂਪਟਨ 'ਚ ਜਾਂ ਉਹਦੇ ਆਸ-ਪਾਸ, ਉਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ। ਓਕੇ। ਤੇ ਉਹ ਦੱਸਦੇ ਨੇ ਕਿ ਇਹ ਜਿਹੜਾ ਹਾਰਟ ਅਟੈਕ ਅਸੀਂ ਕਹੀ ਜਾਂਦੇ ਆ ਨਾ, ਇਹ ਅਕਸਰ ਜਾਂ ਜ਼ਿਆਦਾਤਰ ਹਾਰਟ ਅਟੈਕ ਹੁੰਦਾ ਹੀ ਨਹੀਂ। ਓਕੇ। ਇਹ ਹੁੰਦੀ ਹੈ ਡਰੱਗ ਓਵਰਡੋਜ਼, ਜਿਹਨੂੰ ਅਸੀਂ ਸ਼ਾਇਦ ਮੰਨਣ ਨੂੰ ਤਿਆਰ ਨਹੀਂ ਹਾਂ। ਅਸੀਂ ਆਈ ਥਿੰਕ ਮੰਨਣਾ ਨਹੀਂ ਚਾਹੁੰਦੇ ਇਸ ਤਰ੍ਹਾਂ ਕਿ ਸਾਨੂੰ ਪਤਾ ਹੈ, ਪਰ ਅਸੀਂ ਇਹਨੂੰ ਲੁਕਾਉਣਾ ਚਾਹੁੰਦੇ ਹਾਂ ਕਿਉਂਕਿ ਸ਼ਰਮ ਬੜੀ ਹੈ ਇਸ ਚੀਜ਼ ਵੀ। ਜਵਾਕ ਕੈਨੇਡਾ ਗਿਆ ਤੇ ਨਸ਼ੇ ਨਾਲ ਮਰ ਗਿਆ, ਇਹ ਦੱਸਣਾ ਹੀ ਬੜਾ ਮੁਸ਼ਕਿਲ ਹੈ। ਪਰ ਇੱਕ ਗੱਲ ਇਹ 'ਚ ਹੋਰ ਹੈ, ਇਸ ਤੋਂ ਪਹਿਲਾਂ ਹੀ, ਕਿਉਂਕਿ ਸ਼ੁਰੂਆਤ 'ਚ ਲੋਕਾਂ ਦਾ ਇਹ ਅਕਸਰ ਇਹ ਹੋ ਜਾਂਦਾ ਕਿ ਕਾਜ਼ ਆਫ ਡੈਥ ਤਾਂ ਐਕਚੁਅਲ ਹਾਰਟ ਅਟੈਕ ਹੈ, ਕਿਉਂਕਿ ਓਵਰਡੋਜ਼ ਇਜ਼ ਨਾਟ ਅ ਕਾਜ਼ ਆਫ ਡੈਥ। ਓਵਰਡੋਜ਼ ਇਜ਼ ਨਾਟ ਅ ਕਾਜ਼ ਆਫ ਡੈਥ। ਹੁਣ ਮੈਡੀਕਲੀ ਡਾਕਟਰ ਕਿਵੇਂ, ਜਾਂ ਤੁਸੀਂ ਐਂ ਲਾ ਲਓ, ਕੋਵਿਡ ਵੇਲੇ ਬੜਾ ਇਹ ਗੱਲ ਨਾ ਅਫਵਾਹ ਜੀ ਹੈ, ਕਹਿ ਲਓ ਮਿਸ ਇਨਫੋਰਮੇਸ਼ਨ ਚੱਲ ਪਈ ਸੀ ਵੀ ਜੀ ਇਹ ਤਾਂ ਸਾਰੀਆਂ ਹੀ ਮੌਤਾਂ ਕੋਵਿਡ ਨਾਲ ਪਾਈ ਜਾਂਦੇ ਨੇ, ਹੈ ਨਾ, ਕਿਸ ਦੀ ਜੇ ਆ ਕੋਈ ਆਰਗਨ ਫੇਲ ਵੀ ਹੋ ਗਿਆ। ਹੁਣ ਕੋਵਿਡ ਕੋਈ ਜਾਨਲੇਵਾ ਚੀਜ਼ ਹੈ, ਪਰ ਉਹ ਕਾਜ਼ ਆਫ ਡੈਥ ਕਿਵੇਂ ਹੋਊਗਾ? ਕੋਵਿਡ ਤੁਹਾਡੇ ਆਰਗਨਸ ਨੂੰ ਹੀ ਤਾਂ ਵੀਕ ਕਰੂਗਾ। ਉਹ ਹੋਰਨਾਂ ਚੀਜ਼ਾਂ ਨੂੰ, ਹੋਰਨਾਂ ਬਿਮਾਰੀਆਂ ਨੂੰ ਜਾਂ ਹੋਰਨਾਂ ਅਲਾਮਤਾਂ ਨੂੰ ਜਿਹੜਾ ਹੈਗਾ ਉਹਨੂੰ ਜ਼ਿਆਦਾ ਹੁਲਾਰਾ ਦੇ ਦਿੰਦਾ ਸੀ। ਐਗਜ਼ੈਕਟਲੀ। ਸੋ ਜੋ ਕੋਵਿਡ ਇੱਕ ਵਾਇਰਸ ਹੈ, ਉਹਨੇ ਤੁਹਾਡੇ ਆਰਗਨਸ ਜਕੜ ਲਏ, ਕੋਈ ਆਰਗਨ ਰੁਕ ਗਿਆ ਤੇ ਤੁਹਾਡੀ ਮੌਤ ਹੋ ਗਈ। ਸੋ ਸਾਇੰਟੀਫਿਕਲੀ ਕਾਜ਼ ਆਫ ਡੈਥ, ਹਾਰਟ ਅਟੈਕ, ਆਰਗਨ ਫੇਲੀਅਰ ਇਹੀ ਹੋਊਗਾ ਨਾ। ਸਿਮਿਲਰਲੀ, ਜਦੋਂ ਤੁਹਾਡੀ ਬੋਡੀ ਵਿੱਚ ਬਹੁਤ ਸਾਰਾ ਨਸ਼ਾ ਚੱਲ ਗਿਆ, ਉਹਨੇ ਤੁਹਾਡੇ ਆਰਗਨ ਬਲੌਕ ਕਰਤੇ, ਤੁਹਾਡਾ ਹਾਰਟ ਨੂੰ ਬਲੱਡ ਨਹੀਂ ਪਹੁੰਚਿਆ, ਹਾਰਟ ਰੁਕ ਗਿਆ, ਹਾਰਟ ਫੇਲ ਹੋ ਗਿਆ, ਡੈਥ ਹੋ ਗਈ। ਡਾਕਟਰਸ ਨੂੰ ਪੋਸਟਮਾਰਟਮ ਵਿੱਚ ਇਹ ਪਤਾ ਲੱਗ ਗਿਆ ਕਿ ਡਰੱਗਸ ਕਰਕੇ ਹਾਰਟ ਫੇਲ ਹੋਇਆ,
ਓਕੇ, ਪਰ ਕਾਜ਼ ਆਫ ਡੈਥ ਤਾਂ ਹਾਰਟ ਫੇਲੀਅਰ ਹੀ ਹੈ। ਹੂੰ, ਸੋ ਅਸੀਂ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਈਵਨ ਜਦੋਂ ਇੱਥੇ ਮੈਂ ਫਿਊਨਰਲ ਹੋਮਸ ਵਾਲ ਨਾਲ ਗੱਲ ਕੀਤੀ, ਉਹ 'ਚ ਕਲੀਅਰਲੀ ਲਿਖਿਆ ਹੁੰਦਾ ਕਿ ਆਰਗਨ ਜਾਂ ਹਾਰਟ ਇਹ ਵਾਲਾ ਫੇਲ ਹੋਇਆ, ਪਰ ਉਹ ਕਿਉਂ ਹੋਇਆ? ਕਿਉਂਕਿ ਇਸ ਡਰੱਗ ਦੀ ਇੰਨੀ ਮਾਤਰਾ ਬੋਡੀ 'ਚ ਪਾਈ ਗਈ ਸੀ। ਜਾਂ ਤੁਸੀਂ ਐਂ ਕਹਿ ਲਓ, ਕਿਸੇ ਦੀ ਲੜਾਈ ਹੋ ਗਈ, ਓਕੇ, ਉਹਦੀ ਸਿਰ 'ਚ ਸੱਟ ਲੱਗ ਗਈ, ਠੀਕ ਹੈ, ਉਹਦੇ ਗੋਲੀ ਵੀ ਲੱਗੀ ਸੀ, ਪਰ ਜਿਹੜੀ ਉਹਦੀ ਮੌਤ ਦਾ ਕਾਰਨ ਬਣਿਆ ਉਹ ਇਹ ਹੋਇਆ ਕਿ ਉੱਤੋਂ ਗੱਡੀ ਲੰਘ ਗਈ ਤੇ ਲੰਗਸ ਨੂੰ ਹਵਾ ਨਹੀਂ ਮਿਲ ਪਾਈ। ਹੁਣ ਤੁਸੀਂ ਲੰਗ ਫੇਲੀਅਰ ਉਹਦਾ ਹਾਰਟ ਕਹਿ ਕੇ ਹੁਣ ਕੋਰਟ 'ਚ ਬੰਦਾ ਇਹ ਕਹਿ ਦੇਵੇ ਕਿ ਜੀ ਮੈਂ ਇਹਨੂੰ ਗੋਲੀ ਮਾਰੀ, ਪਰ ਉਹਦੇ ਨਾਲ ਤਾਂ ਮਰਿਆ ਹੀ ਨਹੀਂ, ਇਹ ਤਾਂ ਇਹਦੀ ਲੰਗ ਫੇਲ ਹੋਈ ਹੈ, ਗੱਡੀ ਕਿਸੇ ਹੋਰ ਨੇ। ਇਹ ਤਾਂ ਸੋ ਉਹ ਜਿਹੜਾ ਪੰਜਾਬੀ 'ਚ ਕਹਾਵਤ ਹੁੰਦੀ ਆ ਵੀ ਡੁੱਬੀ ਤਾਂ ਜੇ ਸਾਹ ਨਾ ਆਇਆ। ਹਾਂ, ਸੋ ਅਸੀਂ ਇਹ ਗੱਲ ਲੁਕਾਉਣ ਲਈ ਜਾਂ ਇਹਨੂੰ ਕਵਰ ਅਪ ਕਰਨ ਲਈ ਕਹਿ ਲੈਂਦੇ ਆ ਯਾਰ ਨਹੀਂ ਇਹ ਤਾਂ ਹਾਰਟ ਫੇਲੀਅਰ ਨਾਲ ਮੌਤ ਹੋਈ ਹੈ। ਜੀ ਜੀ, ਸੋ ਉਸ ਡੈਥ ਸਰਟੀਫਿਕੇਟ 'ਚ ਕਲੀਅਰਲੀ ਲਿਖਿਆ ਹੁੰਦਾ ਕਿ ਚਾਹੇ ਹਾਰਟ ਫੇਲੀਅਰ ਹੋਇਆ, ਪਰ ਇਹ ਡਰੱਗ ਨਾਲ ਹੋਇਆ, ਇਸ ਨਾਲ। ਅੱਛਾ, ਡਰੱਗ ਨਾਲ ਹੋਇਆ ਤੇ ਮਤਲਬ ਡਰੱਗਸ ਫਿਰ ਇੱਥੇ ਕਿਸ ਤਰ੍ਹਾਂ ਦੇ ਡਰੱਗਸ ਜਿਹੜੇ ਹੈਗੇ ਜਿਨ੍ਹਾਂ ਦਾ ਆਮ ਕਰਕੇ ਬੋਲਬਾਲਾ ਜਾਂ ਇਹ ਵੀ ਤਾਂ ਕੋਈ ਗੱਲ ਕਿਸੇ ਦੇ ਸਾਹਮਣੇ ਆਈ ਹੋਊਗੀ? ਅੱਛਾ, ਇਹ ਬੜੀ ਇੰਟਰਸਟਿੰਗ ਗੱਲ ਹੈ। ਇਹ ਜਦੋਂ ਮੈਂ ਤਹਿਕੀਕਾਤ ਕਹਿ ਲਓ ਜਾਂ ਮੈਂ ਜਦੋਂ ਇਸ 'ਚ ਵੜਨ ਦੀ ਕੋਸ਼ਿਸ਼ ਕੀਤੀ, ਤਾਂ ਮੇਰਾ ਇੱਕ ਸੈਕਿੰਡ ਕਜ਼ਨ ਕਹਿ ਲਓ, ਮੇਰੇ ਪਿੰਡ ਜਿਹੜੇ ਮੇਰੇ ਕਜ਼ਨ ਲੱਗਦੇ ਨੇ, ਉਹਨਾਂ ਦਾ ਮੁੰਡਾ, ਹੁਣ ਯੰਗ ਮੁੰਡਾ ਇੱਥੇ ਆਇਆ ਤੇ ਉਹਦੇ ਨਾਲ ਡਿਸਕਸ ਕਰਨ ਲੱਗ ਗਏ ਵੀ ਐਵੇਂ ਬਹੁਤ ਹੋ ਰਿਹਾ। ਉਹਨੇ ਮੈਨੂੰ ਦੱਸਿਆ, ਨਵਾਂ ਸ਼ਹਿਰ ਦਾ ਹੀ ਹੈ ਨਾ, ਮੇਰੇ ਪਿੰਡ ਦੇ ਕੋਲ ਦਾ ਹੀ ਮੁੰਡਾ ਜੀ, ਵੀ ਉਹ ਇੱਥੇ ਸਟੂਡੈਂਟ ਵੀਜ਼ੇ ਤੇ ਉਹਦਾ ਦੋਸਤ ਆਇਆ ਸੀਗਾ, ਠੀਕ ਹੈ, ਤੇ ਐਵੇਂ ਹੀ ਹੋਇਆ ਕਿ ਉਹ ਉੱਥੇ ਅਫੀਮ ਲੈਂਦਾ ਸੀਗਾ। ਪਹਿਲਾਂ ਜਿੱਥੋਂ ਪੰਜਾਬ ਤੋਂ ਆਇਆ ਪੰਜਾਬ 'ਚ ਫੀਮ ਲੈਂਦਾ ਸੀਗਾ, ਠੀਕ ਹੈ, ਠੀਕ ਹੈ, ਬਹੁਤ ਨਾਰਮਲ। ਤੇ ਐਵੇਂ ਉਹ ਕਹਿੰਦਾ ਸੀ ਇਹਨੂੰ ਐਡਿਕਟ ਨਹੀਂ ਕਹਿੰਦੇ ਸੀ, ਕਿ ਉਹਦੇ ਕੋਈ ਫੰਕਸ਼ਨਿੰਗ 'ਚ ਚੇਂਜ ਨਹੀਂ ਹੋਈ ਸੀ, ਨਾਰਮਲ ਸੀ, ਸਾਨੂੰ ਯਾਰਾਂ 'ਚ ਬੈਠ ਕੇ ਥੋੜੀ ਬਹੁਤ ਲੈਂਦਾ ਸੀ, ਠੀਕ ਹੈ। ਪਰ ਇੱਥੇ ਆ ਕੇ ਉਹ ਕੁਝ ਦਿਨਾਂ 'ਚ ਹੀ ਉਹਦੀ ਮੌਤ ਹੋ ਗਈ। ਇੱਥੇ ਆ ਕੇ ਉਹਨੇ ਫਿਰ ਉਹ ਅਫੀਮ ਜਿਹੜੀ ਉੱਤੇ ਗੱਲ ਤੇ ਹੈਗੀ ਆਉਂਦੇ ਆ ਆ, ਪ੍ਰੋਕਿਉਰ ਕੀਤੀ। ਉੱਤੇ ਆਉਂਦੇ ਆ। ਮੈਂ ਉਹਨੂੰ ਦਾ ਨਾਮ ਨੂੰ ਪੁੱਛਿਆ, ਮੈਂ ਗੂਗਲ ਕੀਤਾ ਤੇ ਮੈਂ ਪੜ੍ਹਿਆ, ਇਹ ਤਾਂ ਖਬਰ ਮੈਂ ਹੀ ਲਾਈ ਸੀ। ਮੈਂ ਕਿਹਾ ਯਾਰ ਇਹ ਤਾਂ ਮੈਨੂੰ ਪਤਾ, ਪਰ ਮੈਂ ਹਾਰਟ ਅਟੈਕ ਨਾਲ ਮੌਤ ਲਈ ਹੈ। ਕਹਿੰਦਾ ਭਾਜੀ ਹਾਰਟ ਅਟੈਕ ਨਾਲ ਸਾਨੂੰ ਵੀ ਇਹ ਆਈ ਸੀ, ਪਰ ਅੰਦਰ ਦੀ ਗੱਲ ਤਾਂ ਸਾਨੂੰ ਪਤਾ ਨਾ, ਕਿਉਂਕਿ ਸਾਡੇ ਨਾਲ ਉੱਠਦਾ ਪੈਂਦਾ ਸੀਗਾ। ਓਕੇ, ਸੋ ਇਹੀ ਹੋਇਆ ਇੱਥੇ ਆ ਕੇ, ਜਦੋਂ ਉਹਨੇ ਇੱਥੇ ਆ ਕੇ ਡਰੱਗਸ ਪ੍ਰੋਕਿਉਰ ਕੀਤੇ, ਉਹਦੇ ਨਾਲ ਉਹੀ ਸੇਮ ਅਫੀਮ, ਸੇਮ ਕੁਆਂਟੀਟੀ, ਉਹ ਓਵਰਡੋਜ਼ ਕਰ ਗਿਆ ਮੁੰਡਾ। ਇਹ ਫਿਰ ਕਿਵੇਂ ਜੀ? ਸੋ ਫਿਰ ਜਦੋਂ ਤੁਸੀਂ ਇਹਦੇ ਡੀਪਰ ਜਾਂਦੇ ਹੋ, ਤੇ ਅਸੀਂ ਰੈੱਡ ਐਫਐਮ ਤੇ ਵੀ ਇਹ ਗੱਲ ਪਹਿਲਾਂ ਕੀਤੀ ਹੋਈ ਹੈ ਕਿ ਇੱਥੇ ਦੇ ਜਿਹੜੇ ਡਰੱਗਸ ਦੀ ਜਿਹੜੀ ਲੇਸਿੰਗ ਹੈ, ਜਿਹੜੀ ਮਿਲਾਵਟ ਹੈ, ਉਹ ਪੰਜਾਬ ਨਾਲੋਂ ਬਹੁਤ ਅਲੱਗ ਹੈ। ਨਾਰਥ ਅਮਰੀਕਾ ਇੱਕ ਓਪੀਓਇਡ ਕ੍ਰਾਈਸਿਸ ਨਾਲ ਡੀਲ ਕਰ ਰਿਹਾ, ਜੀ ਜੀ, ਰਾਈਟ? ਸੋ ਇੱਥੇ ਹੁਣ ਓਪੀਓਇਡ ਵਿੱਚ ਕੀ ਹੋਇਆ ਸੀਗਾ ਕਿ ਨਾ ਸਿਰਫ ਓਪੀਓਇਡ ਤੁਹਾਨੂੰ ਐਡਿਕਟ ਕਰ ਦਿੰਦੇ ਨੇ, ਪਰ ਇੱਕ ਫੈਂਟਾਨਿਲ ਨਾਮ ਦੀ ਜਿਹੜੀ ਚੀਜ਼ ਹੈ, ਜੀ ਜੀ ਜੀ, ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਬੜੀ ਪ੍ਰਚਲਨ 'ਚ ਹੈ। ਸੋ ਜਦੋਂ ਇੱਥੇ ਫੈਂਟਾਨਿਲ ਦੀ ਲੇਸਿੰਗ ਹੈ, ਜਿਹੜੀ ਬੋਡੀ ਉਹਨੂੰ ਫਰਸਟ ਟਾਈਮ ਲੈਂਦੀ ਹੈ, ਉਹ ਸ਼ਾਇਦ ਉਹਨੂੰ ਐਕਸੈਪਟ ਹੀ ਨਹੀਂ ਕਰ ਪਾਉਂਦੀ, ਚਾਹੇ ਉਹ ਬਹੁਤ ਛੋਟੀ ਕੁਆਂਟੀਟੀ 'ਚ ਹੋਵੇ। ਨਾਲੇ ਫੈਂਟਾਨਿਲ ਤਾਂ ਇੱਕ ਬੜਾ ਅਨਪ੍ਰੈਡਿਕਟੇਬਲ ਜਿਹਾ ਡਰੱਗ ਮੰਨਿਆ ਜਾਂਦਾ। ਉਹਦੀ ਹੋ ਸਕਦਾ ਕਹਿੰਦੇ ਸੇਮ ਡੋਜ਼ ਜਿਹੜੀ ਹੈਗੀ ਆ, ਤੁਹਾਨੂੰ ਕਿਸੇ ਇੱਕ ਬੰਦੇ ਨੂੰ ਉਹ ਫਿੱਟ ਆ ਜਾਵੇ ਤੇ ਕਿਸੇ ਦੂਜੇ ਬੰਦੇ ਨੂੰ ਜਾਂ ਉਸੇ ਹੀ ਬੰਦੇ ਨੂੰ ਦੂਜੀ ਵਾਰ ਉਹੀ ਡੋਜ਼ ਜਿਹੜੀ ਹੈਗੀ ਆ ਉਹ ਮੌਤ ਦੇ ਘਾਟ ਉਤਾਰ ਦੇਵੇ। ਸੋ ਬੇਸਿਕਲੀ ਜਿਹੜੇ ਕੁਝ ਡਰੱਗਸ ਨੇ, ਤੁਹਾਨੂੰ ਪਤਾ ਤੁਸੀਂ ਕਿੰਨੀ ਸ਼ਰਾਬ ਤੋਂ ਬਾਅਦ ਕਿਵੇਂ ਦਾ ਫੀਲ ਕਰਦੇ ਹੋ, ਰਾਈਟ? ਕਿੰਨੀ ਪੈਗ ਲਾ ਕੇ ਕਿਸੇ ਨੂੰ ਉਲਟੀ ਆਉਂਦੀ ਹੈ, ਜਾਂ ਹੈਰੋਇਨ ਕਿਸੇ ਨੂੰ ਪਤਾ ਹੈ ਮੈਂ ਕਿੰਨੀ ਕੁ ਲੈ ਕੇ ਮੇਰੇ ਨਾਲ ਕੀ ਹੋਊਗਾ। ਫੈਂਟਾਨਿਲ ਇਹੋ ਜਿਹੀ ਚੀਜ਼ ਹੈ, ਇੱਕ ਤਾਂ ਉਹ ਐਕਸਪਰਟਸ ਕਹਿੰਦੇ ਨੇ ਹੈਰੋਇਨ ਨਾਲੋਂ 40% ਜ਼ਿਆਦਾ ਪੋਟੈਂਟ ਹੈ। ਜਿਹੜੀ ਚੀਜ਼ ਦੀ ਪੋਟੈਂਸੀ ਬਹੁਤ ਜ਼ਿਆਦਾ ਹੋਵੇ, ਉਹਦੇ ਤਾਂ ਜੇ ਤੁਸੀਂ ਲਾ ਲਓ ਉਹ ਇੱਕ ਪਾਊਡਰ ਹੈ, ਉਸ ਪਾਊਡਰ ਦਾ ਇੱਕ ਪਾਰਟੀਕਲ, ਇੱਕ ਕਣੀ ਵੀ ਜ਼ਿਆਦਾ ਆ ਗਈ, ਉਹਦੀ ਪੋਟੈਂਸੀ ਇੰਨੀ ਹੈ ਕਿ ਉਹ ਇੱਕ ਕਣੀ ਦੇ ਨਾਲ ਹੀ ਬਹੁਤ ਜ਼ਿਆਦਾ ਹੋ ਜਾਊਗਾ। ਸੋ ਫੋਰ ਐਗਜ਼ਾਮਪਲ, ਜੇ ਤੁਸੀਂ 1 ਮਿਲੀਗ੍ਰਾਮ ਆਫ ਫੈਂਟਾਨਿਲ ਲੈਂਦੇ ਹੋ, ਤੁਹਾਨੂੰ ਉਹ ਠੀਕ ਹੁੰਦੀ ਹੈ। ਜੇ ਬਾਈ ਚਾਂਸ 1.01 ਵੀ ਆ ਗਈ, ਤਾਂ ਉਹ ਸਾਹ ਤੁਹਾਡੀ ਜਾਨ ਲੈ ਲਵੇ, ਉਹਦਾ ਅਸਰ ਬਹੁਤ ਹੀ ਅਲੱਗ ਹੋ ਸਕਦਾ। ਇਹ ਚੱਕਰ ਹੈ। ਇੱਥੇ ਮਤਲਬ ਜਿਹੜੀ ਅਫੀਮ ਹੈ, ਅਫੀਮ ਨੂੰ ਫੈਂਟਾਨਿਲ ਦੇ ਨਾਲ ਲੇਸ ਕਰ ਦਿੱਤਾ ਜਾਂਦਾ, ਮਤਲਬ ਉਹਦਾ ਇੱਕ ਕਾਕਟੇਲ ਬਣਾ ਦਿੱਤਾ ਜਾਂਦਾ। ਬੇਸਿਕਲੀ ਇਹਨੂੰ ਆਪਾਂ ਇਸ ਦੇ ਪਾਸੇ ਚੱਲ ਜਾਈਏ, ਬਹੁਤ ਚੀਜ਼ਾਂ ਨੇ। ਹੁਣ ਬਾਰ-ਬਾਰ BC ਜਾਂ ਜਿਹੜੇ ਬ੍ਰਿਟਿਸ਼ ਕੋਲੰਬੀਆ, ਉਹਨੂੰ ਕ੍ਰਿਟਿਸਾਈਜ਼ ਵੀ ਕੀਤਾ ਜਾਂਦਾ ਕਿ ਇਹਨੇ ਡਰੱਗਸ ਡੀਕ੍ਰਿਮੀਨਲਾਈਜ਼ ਕਰਤੇ, ਜੀ, ਲੀਗਲ ਨਹੀਂ ਕੀਤੇ। ਬਾਰ-ਬਾਰ ਆਪਾਂ ਇਹ ਕਹਿੰਦੇ ਇਹ ਫਰਕ ਹੈ। ਡੀਕ੍ਰਿਮੀਨਲਾਈਜ਼ ਕੀਤਾ ਤਾਂ ਹੀ ਹੈ ਕਿਉਂਕਿ ਸਰਕਾਰਾਂ ਦੇ ਓਵਰਡੋਜ਼ ਦੀਆਂ ਮੌਤਾਂ ਨਾਲ ਹੱਥ ਖੜੇ ਹੋ ਰਹੇ ਨੇ। ਸੋ ਉਹਨਾਂ ਨੇ ਕਿਹਾ ਹੁਣ ਇਸ ਸਟੇਜ ਤੇ ਨਸ਼ਾ ਰੋਕਣ ਤੋਂ ਪਹਿਲਾਂ ਅਸੀਂ ਜਾਨਾਂ ਬਚਾਈਏ। ਜੀ, ਸੋ ਡੀਕ੍ਰਿਮੀਨਲਾਈਜ਼ ਕਰਨ ਨਾਲ ਕੀ ਹੋਇਆ ਕਿ ਜੇ ਤੁਸੀਂ ਇੱਕ ਸਹੀ ਥਾਂ ਤੋਂ ਡਰੱਗ ਖਰੀਦ ਲਓਗੇ, ਵੀ ਵਿਲ ਨੋ ਕਿ ਇਹਦੇ ਚੋਂ ਮਿਲਾਵਟਾਂ ਨਹੀਂ ਹੈ। ਜਿਹੜੇ ਲਾਇਸੈਂਸਡ ਆਊਟਲੈਟਸ ਹੈਗੇ ਆ, ਜੀ, ਕਿਉਂਕਿ ਜੇ ਤੁਸੀਂ ਸਟਰੀਟ ਤੋਂ ਡਰੱਗ ਲੈ ਰਹੇ ਹੋ, ਉਹ ਕਿਸੇ ਨੇ ਘਰ 'ਚ ਇੱਕ ਲੈਬ ਬਣਾਈ ਹੋਈ ਹੈ, ਉਹਦੀ ਗੱਲ ਵੀ ਕਰਦੇ ਆ ਨਾ, ਉਹ ਘਰ ਦੀ ਲੈਬ 'ਚ ਉਹ ਆਪਣੇ ਵੱਲੋਂ ਸ਼ਾਇਦ ਮਿਲਾਵਟ ਲਈ 1 ਮਿਲੀਗ੍ਰਾਮ ਹੀ ਪਾ ਰਿਹਾ, ਪਰ ਉਹ ਇੰਨੀ ਬਰੀਕੀ ਨਾਲ 1 ਮਿਲੀਗ੍ਰਾਮ ਪਾ ਹੀ ਨਹੀਂ ਸਕਦਾ। ਸੋ ਉਸੇ ਡੀਲਰ ਤੋਂ, ਸਟਰੀਟ ਡੀਲਰ ਤੋਂ, ਜੇ ਮੈਂ ਕਈ ਮਹੀਨਿਆਂ ਤੋਂ ਆਪਣੀ ਸੇਮ ਕੁਆਂਟੀਟੀ ਕੰਜ਼ਿਊਮ ਕਰ ਰਿਹਾ, ਸ਼ਾਇਦ ਕਿਸੇ ਦਿਨ ਉਸੇ ਕੁਆਂਟੀਟੀ ਨਾਲ ਮੈਂ ਓਵਰਡੋਜ਼ ਕਰ ਜਾਵਾਂ। ਕਿਉਂਕਿ ਉਹਦੇ 'ਚ ਸਟੈਂਡਰਡਾਈਜੇਸ਼ਨ ਹੈ ਨਹੀਂ। ਇਹਨੂੰ ਤੁਸੀਂ ਉਵੇਂ ਕਹਿ ਸਕਦੇ ਹੋ ਜਿਵੇਂ ਲੋਕ ਘਰ ਦੀ ਕੱਢੀ ਸ਼ਰਾਬ ਬਣਾ ਲੈਂਦੇ ਆ। ਘਰ ਦੀ ਕੱਢੀ ਸ਼ਰਾਬ ਦੇ ਆਪਾਂ ਬਹੁਤ ਸਾਰੇ ਹਾਦਸੇ, ਪੰਜਾਬ ਦੇ ਵਿੱਚ ਵੀ ਪਿਛਲੇ ਸਾਲਾਂ ਦੇ ਵਿੱਚ ਹਾਦਸਾ ਹੋਇਆ, ਬਿਹਾਰ, ਉੱਤਰ ਪ੍ਰਦੇਸ਼ ਦੇ ਵਿੱਚ ਆਪਾਂ ਹਾਦਸੇ ਹੁੰਦੇ ਸੁਣਦੇ ਰਹੇ ਹਾਂ ਵੀ ਕਿਸੇ ਨੇ ਘਰ ਦੀ ਕੱਢੀ ਸ਼ਰਾਬ ਜਿਹੜੀ ਕਿ
ਤੇ ਫਿਰ ਦਰਜਨਾਂ ਹੀ ਲੋਕ ਜਿਹੜੇ ਹੈਗੇ ਆ ਉਹਦੇ ਹਨਾ ਉਹ ਸ਼ਿਕਾਰ ਹੋ ਜਾਂਦੇ ਆ, ਮਾਰੇ ਜਾਂਦੇ ਆ, ਕਿਉਂਕਿ ਉਹਦੀ ਕੋਈ ਪਤਾ ਨਹੀਂ ਹੁੰਦਾ ਵੀ ਇਹਦੇ 'ਚ ਅਲਕੋਹਲ ਦੀ ਪਰਸੈਂਟੇਜ ਕਿੰਨੀ ਆ ਜਾਂ ਉਹਨੇ ਕਿੰਨਾ ਹਿੱਟ ਕਰਨਾ ਹੈਗਾ। ਜਿਹੜੀਆਂ ਬਾਕੀ ਆਪਾਂ ਨੂੰ ਜਿਵੇਂ LCBO ਤੋਂ ਇੱਥੋਂ ਆਪਾਂ ਨੂੰ ਜੋ ਸ਼ਰਾਬ ਮਿਲਦੀ ਹੈ ਉਹਦੇ ਤੇ ਬਕਾਇਦਾ ਲਿਖਿਆ ਹੁੰਦਾ 16% ਤੋਂ ਲੈ ਕੇ 5% ਵੀ ਹੁੰਦੀ, ਕਈਆਂ ਦੇ ਵਿੱਚ 40-45% ਤੱਕ ਹੈ। ਸੋ ਉਹਨੂੰ ਬੰਦੇ ਨੂੰ ਪਤਾ ਹੈ ਕਿ ਮੈਂ ਇਹਨੂੰ ਕਿੰਨੀ ਕੁ ਕੰਜ਼ਿਊਮ ਕਰੂੰਗਾ ਤੇ ਮੈਂ ਕਿੱਥੇ ਕੁ ਤੱਕ ਉਹਦਾ ਮੇਰਾ ਅਸਰ ਹੋਣਾ ਹੈ, ਤੇ ਜਿਹਦੇ ਤੇ ਕੋਈ ਲੇਬਲ ਹੀ ਨਹੀਂ, ਜਿਹੜੀ ਕਿਸੇ ਲੈਬ ਦੇ ਵਿੱਚ ਕਿਸੇ ਸਟੈਂਡਰਡਾਈਜ਼ ਪ੍ਰੋਸੀਜਰ ਦੇ ਵਿੱਚ ਦੀ ਜਿਹੜੀ ਨਹੀਂ ਲੰਘੀ ਚੀਜ਼, ਉਹਦਾ ਪਤਾ ਹੀ ਨਹੀਂ ਕਿ ਇਹਦੀ ਪੋਟੈਂਸੀ ਕਿੰਨੀ ਹੈ। ਸੋ ਇਹ ਉਸ ਤਰ੍ਹਾਂ ਦੀ ਇੱਕ ਮਾਤਰਾ ਹੋ ਗਈ ਜਿਹੜੀ ਇਲੀਗਲ ਡਰੱਗਸ। ਸੋ GTA ਦੇ ਵਿੱਚ ਤਾਂ ਪਿੱਛੇ ਜੇ 2 ਫੈਕਟਰੀਆਂ ਵੀ ਫੜੀਆਂ ਗਈਆਂ ਜਿਹਦੇ ਵਿੱਚ ਬਕਾਇਦਾ ਇੱਕ ਡਾਕਟਰ ਇਨਵੋਲਵਡ ਸੀਗੀ, ਤੇ ਉਹਦੇ ਵਿੱਚ ਆਪਣੀ ਕਮਿਊਨਿਟੀ ਦੇ ਵੀ ਕੁਝ ਬੰਦੇ ਸੀਗੇ। ਹੁਣ ਉਹਨਾਂ ਦਾ ਰੋਲ ਕੀ ਸੀ ਉਹ ਹਜੇ ਪੁਲਿਸ ਨੇ ਜਿਹੜਾ ਹੈਗਾ ਉਹ ਇੰਕਸ਼ਾਫ ਨਹੀਂ ਕੀਤਾ, ਲੇਕਿਨ ਹਾਂ ਉਹ ਕਾਫੀ ਇੱਕ ਵੱਡਾ ਗੈਂਗ ਸੀਗਾ ਜਿਹੜੇ ਇਹ ਫੈਂਟਾਨਿਲ ਦਾ ਮੈਨੂੰ ਉੱਥੇ ਮੈਂ ਪੜ੍ਹਿਆ ਸੀਗਾ ਕਿ ਇਸ ਤਰ੍ਹਾਂ ਦੇ ਜਿਹੜੀਆਂ ਪ੍ਰੋਡਕਟਸ ਹੈਗੇ ਆ ਉਹ ਉੱਥੋਂ ਬਣਾ ਕੇ ਏਰੀਆ ਦੇ ਵਿੱਚ ਸਰਕੂਲੇਟ ਕਰਦੇ ਸੀ। ਸੋ ਇਹ ਤਾਂ ਬੜਾ ਮੰਦਭਾਗਾ ਜਿਹੜਾ ਹੈਗਾ ਵੀ ਲੋਕ ਇੱਕ ਕਹਿ ਲਓ ਵੀ ਅਯਾਈ ਆਪਣੀ ਜਾਨ ਜਿਹੜੀ ਹੈਗੀ ਆ ਗਵਾ ਰਹੇ ਆ। ਕਿਤੇ ਇਹ ਵੀ ਲੱਗਦਾ ਵੀ ਜਿਵੇਂ ਹੁਣ ਉਹ ਨੌਜਵਾਨ ਜਿਹਦੀ ਤੁਸੀਂ ਗੱਲ ਕੀਤੀ, ਉਹ ਪਿੱਛੇ ਤੋਂ ਇੱਕ ਡਰੱਗ ਕਹਿ ਸਕਦੇ ਆਪਾਂ ਵੀ ਲੈਂਦਾ ਆਉਂਦਾ ਸੀ, ਜਦ ਕਿ ਆਪਣੇ ਤਾਂ ਕਈ ਵਾਰ ਲੋਕ ਨਾ ਇਹਨੂੰ ਡਰੱਗ ਵੀ ਨਹੀਂ ਕਹਿੰਦੇ, ਦਵਾਈ ਕਹਿ ਦਿੰਦੇ ਆ ਵੀ ਕੰਮਕਾਰ ਵਾਲੇ ਬੰਦੇ ਨੂੰ ਸ਼ਾਇਦ ਖਾਣ ਨੂੰ ਹੀ ਪੈਂਦੀ ਹੈ, ਬਹਾਨਾ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ ਹੁਣ ਇਸ ਚੀਜ਼ ਨੂੰ। ਉਹੀ ਲੱਤ ਜਿਹੜੀ ਹੈਗੀ ਆ ਉਹ ਇੱਥੇ ਆ ਕੇ ਉਹਦੀ ਜਾਨ ਦੀ ਦੁਸ਼ਮਣ ਬਣ ਗਈ। ਦੇਖੋ ਦੋਨੋਂ ਤਰ੍ਹਾਂ ਦੇ ਕੇਸ ਨੇ। ਇੱਕ ਤਾਂ ਆਪਾਂ ਜਿਵੇਂ ਦੀ ਸੁਸਾਇਟੀ 'ਚ ਆਉਂਦੇ ਆ ਆਪਾਂ ਬੜੇ ਪ੍ਰੋਟੈਕਟਿਡ ਵੀ ਕਹਿ ਲਓ, ਤੇ ਦੂਜਾ ਪਾਬੰਦੀਆਂ ਵੀ ਬਹੁਤ ਹੁੰਦੀਆਂ ਜੀ। ਸੋ ਜਿਹੜਾ ਬਹੁਤ ਸਾਰੀਆਂ ਪਾਬੰਦੀਆਂ 'ਚੋਂ ਆਇਆ ਇਹ 'ਚ ਮੈਂ ਮਤਲਬ ਸ਼ਾਇਦ ਕਿਸੇ ਨੂੰ ਬੁਰਾ ਲੱਗੇ ਪਰ ਕੁੜੀਆਂ ਜ਼ਿਆਦਾ ਹੁੰਦੀਆਂ ਨੇ, ਕਿਉਂਕਿ ਚਾਹੇ ਉੱਥੇ ਕਹਿ ਲਓ ਅਨਸੇਫ ਹੈ ਸੋਸਾਇਟੀ ਜੋ ਵੀ ਹੈ, ਕੁੜੀਆਂ ਤੇ ਪਾਬੰਦੀਆਂ ਜ਼ਿਆਦਾ ਹੁੰਦੀਆਂ ਜੀ। ਇੱਥੇ ਆ ਕੇ ਇੱਕ ਚੀਜ਼ ਜਿਹੜੀ ਅੱਛੇ ਤਰੀਕੇ ਨਾਲ ਵੀ ਕੰਮ ਕਰਦੀ, ਕੁੜੀਆਂ ਕਰੀਅਰ ਬਣਾ ਲੈਂਦੀਆਂ, ਹੁੰਦੀ ਹੈ ਫਰੀਡਮ, ਜਿਹੜੀ ਆਜ਼ਾਦੀ ਹੈ, ਪਰ ਉਹਦੇ ਕੁਝ ਸਾਈਡ ਇਫੈਕਟਸ ਕਹਿ ਲਓ, ਮਾੜੇ ਨੁਕਸਾਨ ਕਹਿ ਲਓ, ਉਹ ਵੀ ਹੈ। ਸੋ ਕੁਝ ਐਵੇਂ ਦੇ ਕੇਸ ਵੀ ਨੇ। ਇੱਕ ਤਾਂ ਆਪਾਂ ਗੱਲ ਕਰ ਲਈ ਜਿਹੜੇ ਡਰੱਗ ਲੈ ਰਹੇ ਸੀ ਕੰਟੀਨਿਊ ਕੀਤਾ ਪਰ ਇੱਥੇ ਮਿਲਾਵਟ ਕਰਕੇ ਡੈਥ ਹੋ ਗਈ। ਦੂਜੇ ਹੁੰਦੇ ਆ ਜਿਹਨੇ ਆਏ ਨੇ ਨਵੇਂ, ਫਰੀਡਮ ਐਕਸਪਲੋਰ ਕਰਨਾ ਚਾਹੁੰਦੇ ਨੇ ਤੇ ਸ਼ਾਇਦ ਉਹ ਐਡਿਕਸ਼ਨ 'ਚ ਨਹੀਂ ਪੈਣਾ ਚਾਹੁੰਦੇ, ਪਰ ਜਦੋਂ ਨਵੇਂ ਆਏ ਨੇ, ਕਿਉਂਕਿ ਤੁਸੀਂ ਇੱਕ ਦੇਖੋਗੇ, ਮੈਂ ਦੇਖ ਰਿਹਾ ਸੀਗਾ, ਮੈਂ ਪਿਛਲੇ 1 ਸਾਲ ਦੇ ਵਿੱਚ ਦੇਖਿਆ ਹਰ ਮਹੀਨੇ 'ਚ ਇੱਕ ਅੱਧੀ ਇਹੋ ਜਿਹੀ ਮੌਤ ਹੈ ਜਿਹੜਾ ਬੱਚਾ ਇੱਥੇ 17 ਸਾਲ ਤੋਂ ਲੈ ਕੇ ਮੈਂ 25 ਸਾਲ ਤੱਕ ਦਾ ਰੁਝਾਨ ਦੇਖਿਆ, ਜਿਹੜਾ 2 ਦਿਨ ਪਹਿਲਾਂ, 20 ਦਿਨ ਪਹਿਲਾਂ, 10 ਦਿਨ ਪਹਿਲਾਂ ਆਇਆ, ਉਹਦੀ ਇਸ ਤਰ੍ਹਾਂ ਮੌਤ ਹੋ ਰਹੀ ਹੈ। ਇਹੋ ਜਿਹੇ ਇਹਨਾਂ 'ਚੋਂ ਇਹਦਾ ਮਤਲਬ ਬਹੁਤ ਕੇਸ ਨੇ ਜਿਹੜੇ ਬਸ ਆਏ ਤੇ ਜਦੋਂ ਦੋਸਤਾਂ ਨਾਲ ਸੈਲੀਬ੍ਰੇਟ ਕਰ ਰਹੇ ਨੇ, ਪਾਰਟੀ ਕਰ ਰਹੇ ਨੇ, ਉਹ 'ਚ ਉਹਨੇ ਕਿਹਾ ਤੂੰ ਮਾੜੀ ਜਿਹੀ ਆਹ ਚੀਜ਼ ਵੀ ਲਾ ਕੇ ਦੇਖ ਲਾ। ਇਹ ਇੱਕ ਪੈਟਰਨ ਹੈ ਜਿਹਨੂੰ ਸਮਝਣ ਦੀ ਲੋੜ ਹੈ ਜੀ। ਮਤਲਬ ਇਹ ਕੋਈ ਪ੍ਰੂਫ ਨਹੀਂ। ਪਹਿਲਾਂ ਤਾਂ ਗੱਲ ਅਸੀਂ ਇਹ ਕਹਿ ਦਈਏ ਕਿ ਹਾਂ ਹਾਰਟ ਅਟੈਕ ਨਾਲ ਵੀ ਮੌਤ ਹੁੰਦੀ ਹੈ ਜਾਂ ਹੋਰ ਬਿਮਾਰੀਆਂ ਕੁਝ ਵੀ ਹੋ ਸਕਦਾ, ਪਰ ਅਸੀਂ ਕਿਉਂਕਿ ਇਹ ਫਿਊਨਰਲ ਹੋਮ ਵਾਲ ਨਾਲ ਗੱਲ ਕੀਤੀ, ਸੋ ਸਾਨੂੰ ਪਤਾ ਹੈ ਕਿ ਇਹਨਾਂ 'ਚੋਂ ਬਹੁਤ ਮੌਤਾਂ ਜਾਂ ਸ਼ਾਇਦ ਮੈਜੋਰਿਟੀ ਆਫ ਮੌਤਾਂ ਓਵਰਡੋਜ਼ ਨੇ। ਸੋ ਫਰਸਟ ਟਾਈਮਰ ਵੀ ਨੇ ਜੋ ਓਵਰਡੋਜ਼ ਕਰ ਰਹੇ ਨੇ। ਹੁਣ ਇੱਥੇ ਇੱਕ ਚੀਜ਼ ਹੋਰ ਵੀ ਹੈਗੀ ਹੈ ਨਾ, ਨੌਜਵਾਨ ਜਿਹੜਾ ਹੁੰਦਾ, ਜਿਹੜਾ ਇੱਕ ਉਮਰ ਹੁੰਦੀ ਹੈ ਨਾ, ਉਹ ਬੜੀ ਕਿਊਰੀਅਸ ਉਮਰ ਹੁੰਦੀ ਹੈ। ਉਹਨਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਪਰ ਇੱਕ ਨੌਜਵਾਨਾਂ ਨੂੰ ਇਹ ਗੱਲ ਜਿਹੜੀ ਹੈਗੀ ਮੈਨੂੰ ਲੱਗਦਾ ਪਰਟੀਕੂਲਰਲੀ ਸਮਝਣ ਦੀ ਲੋੜ ਹੈ ਵੀ ਉਹਨਾਂ ਦੀ ਜਿਹੜੀ ਕਿਉਰਿਓਸਿਟੀ, ਜਿਹੜੀ ਜਿਗਿਆਸੂ ਸੋਚ ਹੈ ਨਾ, ਉਸ ਨੂੰ ਜਿਹੜੇ ਜਿਨ੍ਹਾਂ ਲੋਕਾਂ ਦਾ ਇਹ ਬਿਜ਼ਨਸ ਹੈ, ਜਿਨ੍ਹਾਂ ਦਾ ਇਹ ਧੰਦਾ ਹੈ, ਉਹ ਐਕਸਪਲੋਇਟ ਕਰਦੇ ਆ। ਹੁਣ ਜਿਵੇਂ ਤੁਸੀਂ ਆਜ਼ਾਦੀ ਦੀ ਗੱਲ ਕੀਤੀ, ਮੈਨੂੰ ਇੱਕ ਗੱਲ ਧਿਆਨ 'ਚ ਆਈ ਬਈ ਕੋਈ ਜਦੋਂ ਆਉਂਦਾ ਨਾ, ਉਹਨੂੰ ਉਹਦੀ ਆਜ਼ਾਦੀ, ਬੇਸ਼ੱਕ ਉਹ ਉਸ ਆਜ਼ਾਦੀ ਨੂੰ ਬੜੇ ਵਧੀਆ ਤਰੀਕੇ ਨਾਲ ਮਾਣ ਰਿਹਾ ਹੈ, ਪਰ ਉਹਨੂੰ ਇੱਕ ਵੱਖਰੇ ਤਰ੍ਹਾਂ ਦੀ ਆਜ਼ਾਦੀ ਜਿਹੜੀ ਹੈਗੀ ਆ ਨਾ, ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਲੈ ਹੁਣ ਤੂੰ ਆ ਗਿਆ, ਹੁਣ ਤੇਰੇ ਤੇ ਕਿਸੇ ਦਾ ਕੁੰਡਾ ਨਹੀਂ। ਜਿਵੇਂ ਤੁਸੀਂ ਕਹਿੰਦੇ ਵੀ ਉਹ ਤੂੰ ਟਰਾਈ ਤਾਂ ਕਰ, ਉਹ ਜਿਹੜਾ ਉਹ ਟਰਾਈ ਤਾਂ ਕਰ ਵਾਲਾ ਕੰਮ ਹੈ ਨਾ। ਮੈਂ ਇੱਕ ਵਾਰੀ ਇੱਕ ਦੋਸਤ ਨੂੰ ਪੁੱਛਿਆ, ਉਹ ਕਾਫੀ ਜ਼ਿਆਦਾ ਸ਼ਰਾਬ ਪੀਂਦਾ ਸੀਗਾ। ਮੈਂ ਜਦੋਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੂੰ ਯਾਰ ਮਤਲਬ ਕਿਵੇਂ ਲੱਗ ਗਿਆ, ਹਾਲਾਂਕਿ ਉਹ ਪੜ੍ਹਿਆ ਲਿਖਿਆ, B.Tech ਕਰੀ ਹੋਈ ਆ ਮੁੰਡੇ ਨੇ। ਉਹਨੇ ਪੁੱਛਿਆ ਵੀ, ਕਹਿੰਦਾ ਜੀ ਜਦੋਂ ਹੋਸਟਲ 'ਚ ਗਏ, ਕਹਿੰਦਾ ਮੇਰੇ ਜੂੜਾ ਹੁੰਦਾ ਸੀ ਤੇ ਸਾਡੇ ਘਰੇ ਵੀ ਕਹਿੰਦਾ ਕੋਈ ਸ਼ਰਾਬ ਨਹੀਂ ਸੀ ਪੀਂਦਾ, ਤੇ ਉੱਥੇ ਜਾ ਕੇ ਕਹਿੰਦਾ ਜਦੋਂ ਗਏ ਪਹਿਲਾਂ ਤਾਂ ਕਹਿੰਦਾ ਜਾ ਕੇ ਆਪਾਂ ਸਭ ਤੋਂ ਪਹਿਲਾਂ ਕੰਮ ਇਹੀ ਕੀਤਾ ਵੀ ਥੋੜ੍ਹੇ ਚਿਰ ਬਾਅਦ ਕਹਿੰਦਾ ਮੈਂ ਵਾਲ ਕਟਾ ਤੇ ਘਰਦਿਆਂ ਨੂੰ ਕਹਿਤਾ ਵੀ ਮੈਂ ਸਾਂਭੇ ਨਹੀਂ ਜਾਂਦੇ, ਦਿਸ ਦੈਟ, ਹੋਸਟਲ 'ਚ ਹੈਗੇ ਆ। ਉਸ ਤੋਂ ਬਾਅਦ ਕਹਿੰਦਾ ਫਿਰ ਅਗਲਾ ਸਟੈਪ ਜਿਹੜਾ ਸੀਗਾ ਉਹ ਸੀ, ਉਹਨੂੰ ਅਹਿਸਾਸ ਸੀ ਕਿ ਮੇਰੇ ਤੋਂ ਗਲਤੀ ਕਿੱਥੇ ਹੋਈ ਹੈ। ਹੁਣ ਉਹ ਐਡਿਕਟ ਹੋਇਆ ਵਾ ਸੀਗਾ। ਕਹਿੰਦਾ ਉਸ ਤੋਂ ਬਾਅਦ ਫਿਰ ਦੋਸਤਾਂ ਨੇ ਕਿਹਾ ਵੀ ਸਾਡੇ ਨਾਲ ਬੈਠ। ਮੈਂ ਕਹਿੰਦਾ ਨਾਲ ਬਹਿਣਾ ਸ਼ੁਰੂ ਕਰਤਾ, ਮੈਂ ਪੀਂਦਾ ਨਹੀਂ ਸੀ। ਫਿਰ ਉਸ ਤੋਂ ਬਾਅਦ ਕਹਿੰਦਾ, ਉਹ ਕਹਿੰਦਾ ਵੀ ਯਾਰ ਤੂੰ ਬਰਥਡੇ ਸੀ, ਕਹਿੰਦਾ ਮੇਰੇ ਬਰਥਡੇ 'ਤੇ ਹੀ ਕਹਿੰਦਾ ਮੈਨੂੰ ਪਹਿਲੀ ਵਾਰ ਉਹਨਾਂ ਨੇ ਸ਼ੁਰੂ ਕਰਾਈ ਸੀ ਵੀ ਚੱਲ ਜੀ ਕੰਪਨੀ ਵਾਸਤੇ ਕਹਿੰਦੇ ਤੂੰ ਇੱਕ ਡਰਿੰਕ ਲੈ ਲਾ। ਇੱਕ ਡਰਿੰਕ ਕਹਿੰਦਾ ਉਹਨਾਂ ਨੇ ਲਵਾਤਾ, ਉਦੋਂ ਬਾਅਦ 2 ਮੈਂ ਆਪ ਲਾ ਲਏ। ਮੈਂ ਕਿਹਾ ਫਿਰ ਕਹਿੰਦਾ ਬਸ ਕੰਪਨੀ ਕਰਨ ਬੈਠੇ ਸੀ ਤੇ ਕੰਪਨੀ ਆਪ ਦੀ ਕੋਈ ਖੋਲ੍ਹ ਲਈ। ਫਿਰ ਦੇਖੋ ਇੱਕ 'ਚ ਹੋਰ ਚੀਜ਼, ਮੇਰੇ ਕਈ ਨਾਲ ਦੇ ਨੇ ਜਿਨ੍ਹਾਂ ਨੂੰ ਅਸੀਂ ਕਹੀਏ ਵੀ ਤੂੰ ਪੀਂਦਾ ਨਹੀਂ ਪੀਂਦਾ, ਵੀ ਪੀ ਲੈ ਪੀ ਲੈ ਪੀ ਲੈ, ਜਦੋਂ ਮਹਿਫਿਲ 'ਚ ਕਹਿਣਾ ਤਾਂ ਉਹਨੇ ਕਹਿਣਾ ਯਾਰ ਮੈਂ ਪੀਤੀ ਹੋਈ ਆ ਇੱਕ ਅੱਧੀ ਵਾਰ, ਮੈਨੂੰ ਪਸੰਦ ਨਹੀਂ। ਇਸੇ ਤਰ੍ਹਾਂ ਡਰੱਗਸ ਵਿੱਚ ਵੀ ਇਹ ਹੁੰਦਾ ਰਿਹਾ, ਠੀਕ ਹੈ, ਕੋਈ ਸ਼ੱਕ ਨਹੀਂ। ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਟਰਾਈ ਕਰਕੇ ਛੱਡ ਦਿੰਦੇ ਨੇ ਵੀ ਹੁਣ ਮੈਂ ਦੇਖ ਲਿਆ, ਮੈਂ ਇਹ ਨਹੀਂ ਕਰਨਾ। ਪਰ ਹੁਣ ਇਹ ਗੱਲ ਮੈਨੂੰ ਟੋਰਾਂਟੋ ਪੁਲਿਸ ਸਰਵਿਸ ਦੇ ਇੱਕ ਆਫੀਸਰ ਨੇ, ਉਹਨਾਂ ਨੇ ਕਹੀ, ਡਿਟੈਕਟਿਵ ਨੇ, ਪੰਜਾਬੀ ਨੇ ਉਹਨਾਂ ਨੇ ਕਹੀ ਹੈ ਕਿ ਹੁਣ ਉਹ ਸਟੇਜ ਨਹੀਂ ਰਹੀ। ਹੁਣ ਜੋ ਇਹ ਫੈਂਟਾਨਿਲ ਕਰਦੀ ਪਈ ਹੈ, ਇਹਦੇ ਨਾਲ ਉਹ ਟਰਾਏ ਵਾਲਾ ਹੀ ਤੁਹਾਡੀ ਜਾਨ ਲੈ ਸਕਦਾ। ਹੁਣ ਉਹ
ਗੱਲ ਰਹੀ ਨਹੀਂ ਟਰਾਈ ਕਰਨ ਵਾਲੀ। ਜਿਹੜੀ ਉਹ ਫਸਟ ਟਰਾਇਲ ਆ, ਉਹ ਫਸਟ ਟਰਾਇਲ ਹੀ ਹੋ ਸਕਦਾ ਤੁਹਾਡਾ ਆਖਰੀ ਡੋਜ਼ ਹੋ ਜਾਵੇ। ਸੋ ਇਹ ਜਿਹੜਾ ਜਿਗਿਆਸੂ ਸੋਚ ਹੈਗੀ ਆ, ਕਿਉਂਕਿ ਜਿਹੜੇ ਆਮ ਕਰਕੇ ਜਿਹੜੇ ਲੋਕ ਇਹ ਹੈਗੇ ਨਾ ਜਿਨ੍ਹਾਂ ਨੇ ਬਿਜ਼ਨਸ ਆਪਦਾ ਵਧਾਉਣਾ ਹੈ ਇਸ ਚੀਜ਼ ਦੇ ਵਿੱਚ, ਉਹ ਪਹਿਲਾਂ ਟਰਾਈ ਹੀ ਕਰਵਾਉਂਦੇ ਆ। ਹਾਂਜੀ, ਪਹਿਲੀ ਵਾਰ ਉਹ ਟਰਾਈ ਕਰਾਉਂਦੇ ਆ, ਫ੍ਰੀ ਚ ਵੀ ਮਿਲ ਜਾਂਦੀ, ਫ੍ਰੀ ਚ, ਹਾਂ ਫ੍ਰੀ ਚ ਮਿਲਦੀ ਹੈ। ਇਹ ਨੌਜਵਾਨਾਂ ਨੂੰ ਇਹ ਗੱਲ ਵੀ ਸਮਝਣ ਦੀ ਲੋੜ ਆ ਵੀ ਜੋ ਤੁਹਾਨੂੰ ਇੱਥੋਂ ਫ੍ਰੀ ਚ ਕੁਝ ਨਹੀਂ ਮਿਲਦਾ। ਫ੍ਰੀ ਚ ਤਾਂ ਪਾਣੀ ਨਹੀਂ ਮਿਲਦਾ ਜੇ ਆਪਾਂ ਬਾਜ਼ਾਰੋਂ ਖਰੀਦਣ ਜਾਈਏ, ਉਹ ਜਿਹੜਾ ਘਰੇ ਟੈਪ ਦੇ ਵਿੱਚ ਆਉਂਦਾ ਉਹਦੇ ਵੀ ਆਪਾਂ ਪੈਸੇ ਦਿੰਦੇ ਆ ਸਿਟੀ ਨੂੰ। ਬਿਲਕੁਲ। ਸੋ ਫ੍ਰੀ ਦੇ ਵਿੱਚ ਤਾਂ ਪਾਣੀ ਵੀ ਨਹੀਂ ਮਿਲਦਾ ਜੇ ਆਪਾਂ ਕਹੀਏ, ਤੇ ਤੁਹਾਨੂੰ ਕਿਸੇ ਨੇ ਡਰੱਗ ਜਿਹੜੀਆਂ ਇੰਨੀਆਂ ਮਹਿੰਗੀਆਂ ਜਿਹਦਾ ਐਡਾ ਕਾਲਾ ਕਾਰੋਬਾਰ ਆ, ਉਹ ਤੁਹਾਨੂੰ ਫ੍ਰੀ 'ਚ ਕੋਈ ਦੇ ਦੇਵੇ, ਤੁਹਾਨੂੰ ਉੱਥੇ ਪਹਿਲੀ ਗੱਲ ਅਲਰਟ ਹੋ ਜਾਣਾ ਚਾਹੀਦਾ। ਅੱਛਾ, ਇੱਕ ਮੈਂ ਗੱਲ ਤੇ ਨਾ ਜ਼ਰੂਰ ਆਉਣਾ ਚਾਹੁੰਦਾ, ਕਿਉਂਕਿ ਮੈਂ ਹੁਣ ਇਹ ਜਿਹੜਾ ਡੇਟਾ ਤੁਹਾਨੂੰ ਦੱਸਿਆ ਮੈਂ ਇਕੱਠਾ ਕਰ ਰਿਹਾ ਸੀਗਾ, ਇਹ 'ਚ ਮੈਂ ਪਿਛਲੇ ਕੁਝ ਮਹੀਨਿਆਂ ਜਿਵੇਂ ਬਰੈਂਪਟਨ, ਸਰੀ, ਐਡਮਿੰਟਨ, ਕੈਲਡਨ ਤੇ ਸਾਰੇ ਪੰਜਾਬ 'ਚੋਂ ਬੱਚਿਆਂ ਦੇ ਨਾਮ ਨੇ, ਪਟਿਆਲਾ, ਮਾਨਸਾ, ਲੁਧਿਆਣਾ, ਫਿਰੋਜ਼ਪੁਰ, ਬਰਨਾਲਾ, ਗੁਰਦਾਸਪੁਰ, ਸੰਗਰੂਰ, ਇਹ ਸਾਰੇ ਹੁਣੇ ਜੇ ਤੁਸੀਂ ਗੂਗਲ ਕਰੋਗੇ ਇਹ ਨਾਮ ਉੱਥੋਂ ਆਉਣਗੇ। ਮੈਂ ਵੀ ਉਹੀ ਕੀਤਾ। ਪਰ ਜਿਹੜੀ ਮੈਂ ਇੱਕ ਇੰਟਰਸਟਿੰਗ ਚੀਜ਼ ਦੇਖੀ, ਜਦੋਂ ਮੈਂ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਵੀਡੀਓਜ਼ ਜਾਂ GoFundMe ਦੇ ਪਾਏ ਹੁੰਦੇ ਨੇ, ਉਹਦੇ ਜਦੋਂ ਸਾਡੇ ਵਰਗੇ ਕੋਈ ਵੀ ਵਿਊਅਰ ਕਮੈਂਟ ਕਰਦਾ, ਉਹਦੇ 'ਚ ਬਹੁਤ ਲੋਕ ਦੋ ਚੀਜ਼ਾਂ ਵੱਲ ਪੁਆਇੰਟ ਆਊਟ ਕਰਨਾ ਚਾਹੁੰਦੇ ਨੇ ਵੀ ਇੱਕ ਤਾਂ ਇੱਥੇ ਆ ਕੇ ਅਸੀਂ ਖਾਂਦੇ ਪੀਂਦੇ ਸਹੀ ਨਹੀਂ, ਠੀਕ ਹੈ, ਦੂਜਾ ਇੱਥੇ ਸਟ੍ਰੈਸ ਐਂਗਜ਼ਾਇਟੀ ਬਹੁਤ ਜ਼ਿਆਦਾ, ਸੋ ਉਹ ਵੀ ਕਾਰਨ ਬਣਦਾ। ਮੈਂ ਆਹੀ ਸਵਾਲ ਤੁਹਾਨੂੰ ਪੁੱਛਣ ਲੱਗਿਆ ਸੀਗਾ ਵੀ ਜਿਵੇਂ ਹੁਣ ਬੱਚੇ ਇੱਥੇ ਆਉਂਦੇ ਆ, ਉਹਨਾਂ ਦੇ ਖਾਣ ਪੀਣ ਦਾ ਕੋਈ ਟਿਕਾਣਾ ਨਹੀਂ ਰਹਿੰਦਾ, ਕੰਮ ਦੀ ਵੀ ਆਪਾਂ ਇਸ ਵੇਲੇ ਕਹਿ ਸਕਦੇ ਹਾਂ ਕਿ ਕਾਫੀ ਚੈਲੰਜਿੰਗ ਲਾਈਫ ਹੁੰਦੀ ਹੈ। ਮੈਨੂੰ ਲੱਗਦਾ ਹੁੰਦਾ ਵੀ ਇੱਕ ਤਪੱਸਿਆ ਹੀ ਆ ਉਹ। ਕਿਤੇ ਉਹਦੇ ਵਿੱਚ ਜਿਹੜਾ ਹੈਗਾ ਇਹ ਹਾਰਟ ਅਟੈਕ ਜਿਹੜਾ ਹੈਗਾ, ਨੌਜਵਾਨ ਕੋਈ ਐਂ ਤਾਂ ਨਹੀਂ ਹੈਗਾ ਵੀ ਉਹ ਸਟ੍ਰੈਸ ਜਿਹੜੀ ਹੈਗੀ ਆ ਉਹ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੋਵੇ? ਜੀ, ਪਹਿਲੀ ਗੱਲ ਤਾਂ ਕਿਉਂਕਿ ਇਹ ਕਮੈਂਟ ਬਹੁਤ ਆ ਰਹੇ ਸੀ, ਇਹਨੂੰ ਐਡਰੈਸ ਕਰਨਾ ਜ਼ਰੂਰੀ ਸੀਗਾ। ਇਹ ਹੋ ਸਕਦਾ ਹੈ ਨਾ, ਇਹ ਕੋਈ ਕਹਿ ਹੀ ਨਹੀਂ ਸਕਦਾ ਮੇਰੇ ਵਰਗਾ ਕੋਈ, ਇਹ ਤਾਂ ਡਾਕਟਰ ਵੀ ਨਹੀਂ ਕਹੂਗਾ ਕਿ ਇਹ ਨਹੀਂ ਹੋ ਸਕਦਾ। ਪਰ ਮੈਂ ਬਾਰ-ਬਾਰ ਕਹਿ ਰਿਹਾ ਕਿ ਅਸੀਂ ਇੱਕ ਫਿਊਨਰਲ ਹੋਮ ਵਿੱਚ ਗੱਲ ਕੀਤੀ ਹੈ ਜਿਨ੍ਹਾਂ ਕੋਲ ਬਕਾਇਦਾ ਲਿਖਿਆ ਆਉਂਦਾ ਡਾਕਟਰਾਂ ਵੱਲੋਂ ਜੀ, ਇਹੋ ਜਿਹਾ ਉਹ ਕਹਿੰਦੇ ਪਿਛਲੇ ਕੁਝ ਮਹੀਨਿਆਂ 'ਚ ਮੇਰੇ ਕੋਲ ਇੱਕ ਵੀ ਕੇਸ ਨਹੀਂ ਹੈ। ਹਾਂ, ਪਿਛਲੇ ਟਾਈਮ ਵਿੱਚ ਇਹੋ ਜਿਹਾ ਇੱਕ ਅੱਧਾ ਕੇਸ ਆਇਆ, ਸੋ ਪਿਛਲੇ ਕੁਝ ਸਾਲਾਂ 'ਚ ਇੱਕ ਅੱਧਾ, ਕਿਉਂਕਿ ਦੇਖੋ ਇਹਨਾਂ ਚੀਜ਼ਾਂ ਨਾਲ ਡਾਇਰੈਕਟ ਮੌਤ ਹੋਣਾ ਬਹੁਤ ਘੱਟ ਚਾਂਸ ਹੁੰਦੇ ਨੇ। ਯੈਸ, ਤੁਹਾਨੂੰ ਕੋਈ ਸਟ੍ਰੋਕ ਹੋ ਸਕਦੀ ਹੈ, ਤੁਸੀਂ ਨਿਊਟ੍ਰੀਸ਼ਨ 'ਚ ਇੰਨੀ ਕਮੀ ਹੈ, ਤੁਹਾਡੇ ਅੰਦਰ ਕੋਈ ਕੁਝ ਚੀਜ਼ ਘਟੀ ਹੋਈ ਹੈ, ਤੁਸੀਂ ਨੋਟਿਸ ਨਹੀਂ ਕੀਤਾ, ਉਹ ਅਟੈਕ ਹੋ ਗਿਆ, ਪਰ ਉਹ ਬਹੁਤ ਰੇਅਰ ਹੈ। ਸਟ੍ਰੈਸ, ਐਂਗਜ਼ਾਇਟੀ, ਭੁੱਖ, ਕੋਈ ਚੀਜ਼ ਦੀ ਕਮੀ, ਇਹ ਤੁਹਾਨੂੰ ਪਹਿਲਾਂ ਬਿਮਾਰ ਕਰਦੀ ਹੈ, ਤੁਸੀਂ ਬੇਹੋਸ਼ ਹੋ ਜਾਓਗੇ, ਕੁਝ ਹੋ ਜਾਊਗਾ, ਪਰ ਇਹਦੇ ਨਾਲ ਮੌਤ ਹੋਣੀ ਬਹੁਤ ਘੱਟ ਚਾਂਸਿਸ ਨੇ। ਸੋ ਆਪਾਂ ਯੈਸ ਇਹ ਕਾਰਨ ਹੈ, ਪਰ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਨਾ ਕਰੀਏ। ਮੈਂ ਬਾਰ-ਬਾਰ ਇਸ ਗੱਲ ਵੱਲ ਆਉਣਾ ਚਾਹੁੰਦਾ ਵੀ ਕੋਈ ਕਹਿ ਰਿਹਾ ਜੀ ਕੋਵਿਡ ਦੀ ਜਿਹੜੀ ਵੈਕਸੀਨ ਹੁੰਦੀ ਹੈ, ਆਪਾਂ ਇਹ ਜਿਹੜੀ ਡਿਸਇਨਫੋਰਮੇਸ਼ਨ ਹੈ, ਜਿਹੜਾ ਐਂਟੀ ਸਾਇੰਸ ਵਾਲੇ ਚੱਲੇ ਹੋਏ ਨੇ, ਕਈਆਂ ਦੇ ਕਾਰੋਬਾਰ ਨੇ, ਕਈ ਕੰਸਪੀਰੇਸੀਜ਼ ਥਿਊਰੀਜ਼ ਚਲਾਉਂਦੇ ਨੇ, ਉਹਨਾਂ 'ਚ ਨਾ ਪਈਏ। ਸ਼ਾਇਦ ਇੱਕ ਅੱਧੀ ਮੌਤ ਇਹਨਾਂ ਚੀਜ਼ਾਂ ਨਾਲ ਹੁੰਦੀ ਹੋਵੇ, ਪਰ ਮੈਂ ਬਾਰ-ਬਾਰ ਮੈਜੋਰਿਟੀ ਦੀ ਗੱਲ ਕਰ ਰਿਹਾ। ਆਪਾਂ ਇਹਨੂੰ ਐਕਸੈਪਟ ਕਰਨਾ ਸ਼ੁਰੂ ਕਰ ਦਈਏ, ਕਿਉਂਕਿ ਗੱਲ ਕਰਨਾ ਸਭ ਤੋਂ ਪਹਿਲਾਂ ਸੋਲੂਸ਼ਨ ਵੱਲ ਵਧਣ ਦਾ ਤਰੀਕਾ ਹੁੰਦਾ। ਇਹ ਬੜੀ ਇੰਪੋਰਟੈਂਟ ਗੱਲ ਹੈ ਜੀ। ਜਿੰਨੀ ਦੇਰ ਤੱਕ ਅਸੀਂ ਉਸ ਗਲਤੀ ਨੂੰ ਕਹਿ ਲਓ ਜਾਂ ਜੋ ਵਰਤਾਰਾ ਚੱਲ ਰਿਹਾ, ਜਿੰਨੀ ਦੇਰ ਤੱਕ ਅਸੀਂ ਉਹਨੂੰ ਐਡਮਿਟ ਨਹੀਂ ਕਰਦੇ, ਜਿੰਨੀ ਦੇਰ ਤੱਕ ਅਸੀਂ ਉਹਨੂੰ ਐਕਸੈਪਟ ਨਹੀਂ ਕਰਦੇ ਵੀ ਹਾਂ ਇਹ ਗਲਤੀ ਸਾਥੋਂ ਹੋ ਰਹੀ ਹੈ, ਉਨੀ ਦੇਰ ਤੱਕ ਉਹ ਗਲਤੀ ਨਾ ਤਾਂ ਸੁਧਰ ਸਕਦੀ ਹੈ, ਨਾ ਉਹਦੇ ਸੁਧਰਨ ਵੱਲ ਨੂੰ ਕੋਈ ਕਦਮ ਚੱਕੂਗਾ। ਬਿਲਕੁਲ। ਸੋ ਜੇ ਆਪਾਂ ਇਹਦੇ ਤੇ ਗੱਲ ਕਰ ਰਹੇ ਹਾਂ, ਇਟ ਮੀਨਸ ਕਿ ਇਹ ਜਿਹੜੀ ਸਮੱਸਿਆ ਹੈਗੀ ਹੈ, ਇਹ ਕਿਤੇ ਨਾ ਕਿਤੇ ਆਪਾਂ ਨੂੰ ਢਾਲ ਆ ਰਹੀ ਹੈ, ਕਿਤੇ ਨਾ ਕਿਤੇ ਆਪਣਾ ਨੁਕਸਾਨ ਕਰ ਰਹੀ ਹੈ। ਤੇ ਮੈਂ ਜਿੰਨੇ ਕੇਸ ਦੇਖ ਰਿਹਾ ਆਲ ਓਵਰ ਪੰਜਾਬ ਤੋਂ ਆ ਰਹੇ ਨੇ, ਸੋ ਮੈਨੂੰ ਇਹ ਪਤਾ ਹੈ, ਮਤਲਬ ਇਹ ਹੋ ਹੀ ਨਹੀਂ ਸਕਦਾ ਕਿ ਪਿੱਛੇ ਪੰਜਾਬ 'ਚ ਵੀ ਇਹ ਗੱਲ ਨਾ ਪਤਾ ਹੋਵੇ। ਅੱਛਾ, ਆਪਣੇ ਜਿਹੜੇ ਹੁਣ ਇੰਟਰਨੈਸ਼ਨਲ ਸਟੂਡੈਂਟ ਆ, ਪੰਜਾਬ ਹੋ ਗਿਆ, ਹੁਣ ਤਾਂ ਹਰਿਆਣੇ ਤੋਂ ਬਹੁਤ ਸਾਰੇ ਸਟੂਡੈਂਟਸ ਇੱਥੇ ਆਉਂਦੇ ਨੇ, ਹਿਮਾਚਲ ਤੋਂ ਬਹੁਤ ਆਉਂਦੇ ਨੇ, ਦਿੱਲੀ ਤੋਂ ਬਹੁਤ ਆਉਂਦੇ ਨੇ, ਈਵਨ ਪੂਰੇ ਇੰਡੀਆ ਤੋਂ ਆ ਰਹੇ ਆ। ਜਿੰਨੀਆਂ ਕੁ ਆਪਾਂ ਖਬਰਾਂ ਜਿਹੜੀਆਂ ਤੁਸੀਂ ਦੇਖੀਆਂ, ਐਨਾਲਿਸਿਸ ਕੀਤਾ, ਆਪਾਂ ਕਿਸੇ ਸੂਬੇ ਤੇ ਇਲਜ਼ਾਮ ਨਾ ਲਾਈਏ ਚਲੋ, ਪਰ ਤੁਸੀਂ ਕੀ ਦੇਖਿਆ ਜ਼ਿਆਦਾ ਨਾਮ ਜਿਹੜੇ ਹੈਗੇ ਆ ਉਹ ਕਿਹੜੇ ਖਿੱਤੇ ਚੋਂ ਆ ਰਹੇ ਆ? ਦੇਖੋ, ਜ਼ਿਆਦਾ ਨਾਮ ਪੰਜਾਬ ਚੋਂ ਹੈਗੇ ਆ, ਪਰ ਮੈਂ ਇਸ ਗੱਲ ਨੂੰ ਜ਼ਿਆਦਾ ਤਵੱਜੋ ਨਹੀਂ ਦੇਣਾ ਚਾਹੁੰਦਾ, ਕਿਉਂਕਿ ਉਹ ਮੇਰੀ ਰਿਸਰਚ ਵੀ ਘੱਟ ਹੋ ਸਕਦੀ ਹੈ, ਰਿਪੋਰਟਿੰਗ ਦੀ ਕਮੀ ਵੀ ਹੋ ਸਕਦੀ ਹੈ, ਕਿਉਂਕਿ ਸਾਡਾ ਨੈਚੁਰਲ ਜਿਹੜਾ ਦਾਇਰਾ ਹੈ, ਜਿਹੜਾ ਨੈਚੁਰਲ ਵਾਸਤਾ ਪੈਂਦਾ ਹੈ, ਉਹ ਪੰਜਾਬੀ ਤੇ ਪੰਜਾਬੀਆਂ ਨਾਲ ਪੈਂਦਾ। ਪਰ ਹਾਂ, ਮੇਰੇ ਅੱਗੇ ਜਿਵੇਂ ਅੱਜ ਗੂਗਲ ਕਰਾਂ ਕੈਨੇਡਾ ਯੂਥ ਹਾਰਟ ਅਟੈਕ ਡੈਥ, ਮੈਨੂੰ ਪੰਜਾਬ ਹੀ ਪੰਜਾਬ ਦਿਖ ਰਿਹਾ, ਪਰ ਇਹ ਕੋਈ ਪ੍ਰੂਫ ਨਹੀਂ, ਮੈਂ ਜ਼ਰੂਰ ਕਹਿ ਰਿਹਾ ਜੀ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਹੈ ਜੀ ਉਹ ਇੱਥੇ ਪਹੁੰਚਦੀ ਹੈ ਕਿ ਜੇ ਕੈਨੇਡਾ ਅਸੀਂ ਆਪਣੇ ਬੱਚਿਆਂ ਨੂੰ ਭੇਜ ਰਹੇ ਹਾਂ, ਜਾਂ ਤੁਸੀਂ ਖੁਦ ਜੇ ਸਾਨੂੰ ਸੁਣ ਰਹੇ ਹੋ, ਕੈਨੇਡਾ ਆ ਰਹੇ ਹੋ, ਐਕਸਾਈਟ ਹੋਣਾ, ਅੱਗੇ ਵਧਣਾ, ਕੈਨੇਡਾ ਆਉਣਾ ਹਰ ਕਿਸੇ ਦਾ ਸੁਪਨਾ ਹੋ ਸਕਦਾ। ਜਦੋਂ ਉਹ ਸੁਪਨਾ ਪੂਰਾ ਹੁੰਦਾ, ਉਹਦੀ ਖੁਸ਼ੀ ਮਨਾਉਣੀ ਵੀ ਬਣਦੀ ਹੈ, ਪਰ ਨਾਲ ਨਾਲ ਕੁਝ ਚੀਜ਼ਾਂ ਲਈ ਤੁਸੀਂ ਆਪਣੇ ਆਪ ਨੂੰ ਟ੍ਰੇਨ ਜ਼ਰੂਰ ਕਰੋ। ਤੁਹਾਡੇ ਵਾਸਤੇ ਰਾਹ ਸਾਰੇ ਪੱਧਰੇ ਹੋ ਜਾਣਗੇ, ਲੇਕਿਨ ਉਹਨਾਂ ਰਾਹਾਂ ਦੇ ਵਿੱਚ ਕੰਡੇ ਵਿਛਾਉਣ ਵਾਲੇ ਜਿਹੜੇ ਲੋਕ ਹੈਗੇ ਆ, ਉਹਨਾਂ ਨੂੰ ਤੁਸੀਂ ਆਇਡੈਂਟੀਫਾਈ ਕਰਨਾ ਸਿੱਖ ਕੇ ਆਓ। ਤੁਹਾਡੇ ਮਾਂ-ਪਿਓ ਨੇ ਤੁਹਾਡੇ ਲਈ ਬਹੁਤ ਸੁਪਨੇ ਦੇਖੇ ਹੋਏ ਆ, ਤੁਸੀਂ ਇੱਕ ਕਾਮਯਾਬ ਇਨਸਾਨ ਬਣਨਾ ਹੈ, ਤੁਸੀਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ, ਪਰ ਹਾਂ
ਉਹਦੇ ਲਈ ਤੁਹਾਨੂੰ ਆਪਣੇ ਰਾਹਾਂ ਦੇ ਵਿੱਚੋਂ ਕੰਡੇ ਜ਼ਰੂਰ ਚੁਗਣੇ ਪੈਣੇ ਆ, ਤੇ ਉਹ ਕੰਡੇ ਵਿਛਾਉਣ ਵਾਲੇ ਉਹੀ ਲੋਕ ਨੇ ਜਿਹੜੇ ਇਹ ਜ਼ਹਿਰ ਦਾ ਬਿਜ਼ਨਸ ਕਰਦੇ ਆ। ਤੇ ਇੱਥੇ ਉਹ ਲੋਕ ਥਾਂ ਥਾਂ ਤੇ ਤੁਹਾਡੇ ਵਾਸਤੇ ਜਾਲ ਵਿਛਾਈ ਬੈਠੇ ਆ। ਜੇ ਬਚਣਾ ਹੈ, ਅੱਖਾਂ ਖੋਲ੍ਹ ਕੇ ਆਓ, ਕੰਨ ਖੋਲ੍ਹ ਕੇ ਆਓ, ਆਪਣਾ ਦਿਮਾਗ ਖੋਲ੍ਹ ਕੇ ਆਓ, ਸੋਚ ਕੇ ਆਓ ਕਿ ਅਸੀਂ ਆਪਣੀ ਆਜ਼ਾਦੀ ਨੂੰ ਮਾਨਣਾ ਹੈ, ਆਪਣੀ ਆਜ਼ਾਦੀ ਦੇ ਰਾਹ ਦੇ ਉੱਤੇ ਜਾਂਦੇ ਹੋਏ ਬਰਬਾਦ ਨਹੀਂ ਹੋਣਾ।